ਕੈਪਟਨ ਸਾਹਿਬ ਦਾ ਬਿਆਨ ਆਉਂਦਾ ਜੀ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ 2 ਸਾਲਾਂ ਵਾਸਤੇ ਕਾਨੂੰਨਾਂ ਤੇ ਰੋਕ ਜਿਹੜੀ ਸਰਕਾਰ ਨੇ ਕਿਹਾ ਹੈ ਉਹਨੂੰ ਮੰਨ ਲੈਣਾ ਚਾਹੀਦਾ, ਕਿੱਦਾਂ ਦੇਖ? ਮਸ਼ਵਰਾ ਭੇਜਿਆ ਨਾ, ਅਸੀਂ ਤਾਂ ਸਮਝਦੇ ਹਾਂ ਵੀ ਕਿਸਾਨਾਂ ਦੇ ਇਹ ਜ਼ਖਮਾਂ ਤੇ ਲੂਣ ਭੁੱਕਿਆ। ਇਹੀ ਕੈਪਟਨ ਕਹਿੰਦਾ ਸੀਗਾ ਵੀ ਇਹ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਾਰੰਟ ਹੈ ਤੇ ਮੈਂ ਮੌਤ ਦੇ ਵਾਰੰਟਾਂ ਨੂੰ ਖਤਮ ਕਰਾਉਣ ਦੀ ਖਾਤਰ ਲੜੂੰਗਾ ਭਾਵੇਂ ਮੇਰੀ ਸਰਕਾਰ ਚਲੀ ਜਾਵੇ। ਇਹੋ ਜਿਹੇ ਦਮਗਜੇ ਮਾਰੇ ਸੀਗੇ, ਪਰ ਹੁਣ ਉਹ ਕਹਿੰਦਾ ਵੀ ਮੌਤ ਦੇ ਵਾਰੰਟਾਂ ਨੂੰ ਖਤਮ ਤਾਂ ਨਾ ਕਰਾਓ, 2 ਸਾਲ ਦੇ ਪਿੱਛੇ ਪਵਾ ਲਓ। ਕੋਈ ਨਹੀਂ, ਜੇ ਉਹ ਇਹੋ ਜਿਹੇ ਬਿਆਨ ਦਿੰਦਾ ਗੈਰ ਅਖਲਾਕੀ ਲੂਣ ਭੁੱਕਣ ਵਾਲੇ ਜ਼ਖਮਾਂ ਤੇ, ਕੋਈ ਨਹੀਂ, ਉਹਦੇ ਨਾਲ ਵੀ ਹਿਸਾਬ ਕਰ ਲਾਂਗੇ। ਹੁਣ ਮੋਦੀ ਨਾਲ ਕਰ ਲਈਏ, ਉਸ ਤੋਂ ਬਾਅਦ ਉਹਦੇ ਨਾਲ ਕਰ ਲਾਂਗੇ। ਮੋਦੀ ਗਲਤ ਨਹੀਂ ਕਹਿੰਦਾ ਵੀ ਜੋ ਕਾਂਗਰਸ ਨੇ ਸਮਝੌਤੇ ਸੰਧੀਆਂ ਕੀਤੀਆਂ ਨੇ ਵਿਦੇਸ਼ਾਂ ਨਾਲ, ਸਾਮਰਾਜੀ ਕੰਪਨੀਆਂ ਨਾਲ, ਵਿਦੇਸ਼ੀ ਤਾਕਤਾਂ ਨਾਲ, ਉਹਨਾਂ ਨੂੰ ਹੀ ਅਸੀਂ ਲਾਗੂ ਕਰਨ ਦੀ ਖਾਤਰ ਕਾਨੂੰਨ ਬਣਾਇਆ। ਉਹ ਤੋਂ ਜਿਵੇਂ ਕੋਈ ਡਾਕੂ ਖੋਹ ਕੇ ਲੈ ਜਾਏ ਕੋਈ ਸਮਾਨ, ਉਹਨਾਂ ਨੂੰ ਘੇਰਦੇ ਨਹੀਂ, ਘੇਰ ਕੇ ਉਹਦੀ ਹਿੱਕ ਤੇ ਬਹਿ ਕੇ ਉਹ ਤੋਂ ਸਮਾਨ ਖੋਹਣੇ ਆ। ਇਸ ਕਰਕੇ ਇਸ ਤਾਂ ਅਸੀਂ ਜੇ ਖੋਹਣਾ ਹੈਗਾ ਮੋਦੀ ਤੋਂ, ਫਿਰ ਹੱਥ ਤੇ ਹੱਥ ਧਰ ਕੇ ਨਹੀਂ ਖੋਇਆ ਜਾਣਾ। ਕੋਈ ਤਿੱਖਾ ਕੋਈ ਐਕਸ਼ਨ ਪ੍ਰੋਗਰਾਮ, ਕੋਈ KMP ਦੇ ਜਾਮ ਕਰਨ ਵਾਲਾ, ਕੋਈ ਭਾਰਤ ਬੰਦ ਕਰਨ ਵਾਲਾ, ਕੋਈ ਪਾਰਲੀਮੈਂਟ ਵੱਲ ਕੂਚ ਕਰਨ ਵਾਲਾ, ਜਾਂ ਕੋਈ ਜੇਲ੍ਹ ਭਰੋ ਵਾਲਾ, ਇਹੋ ਜਿਹਾ ਸਾਨੂੰ ਤਿੱਖਾ ਪ੍ਰੋਗਰਾਮ ਦੇਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। 90 ਦਿਨ ਪੂਰੇ ਹੋ ਚੁੱਕੇ ਨੇ, ਕਿਸਾਨੀ ਅੰਦੋਲਨ ਚੱਲ ਰਿਹਾ। 27 ਤੋਂ ਬਾਅਦ ਸੁਰਜੀਤ ਸਿੰਘ ਫੂਲ ਨੇ ਜਿਹੜੇ ਅੱਜ ਸਟੇਜ ਤੇ ਪਹੁੰਚੇ ਨੇ ਤੇ ਸਾਡੇ ਨਾਲ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਕਿਸ ਤਰ੍ਹਾਂ ਦੇਖ ਰਹੇ ਨੇ, ਕਿੱਦਾਂ ਦੀਆਂ ਰੂਪਰੇਖਾਵਾਂ ਘੜੀਆਂ ਜਾਂਦੀਆਂ ਨੇ ਅੱਗੇ ਅੰਦੋਲਨ ਬਾਰੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ, ਠੀਕ ਠਾਕ ਜੀ? ਬਿਲਕੁਲ ਠੀਕ ਠਾਕ, ਚੜ੍ਹਦੀ ਕਲਾ। ਕਿੱਦਾਂ ਦੇਖ ਰਹੇ ਹੋ ਜੀ ਅੰਦੋਲਨ ਚੱਲ ਰਿਹਾ ਹੈ? ਅੱਜ ਕਾਫੀ ਦਿਨਾਂ ਬਾਅਦ ਸਟੇਜ ਤੇ ਪਹੁੰਚੇ ਹੋ ਤੁਸੀਂ, 27 ਤੋਂ ਬਾਅਦ ਅੱਜ ਸਟੇਜ ਤੇ ਤੁਸੀਂ ਬੋਲੇ ਹੋ, ਕੀ ਲੱਗ ਰਿਹਾ, ਕਿੱਦਾਂ ਲੱਗ ਰਿਹਾ ਅੰਦੋਲਨ? ਉਹਦਾ ਹੀ ਵੇਖੋ, ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਅਸੈਂਬਲੀ 'ਚੋਂ ਮੇਰੀ ਬੱਤੀਆਂ ਵਾਲੀ ਕਹਿ ਦਿਓ ਜਾਂ ਪੰਜਾਬ ਅਸੈਂਬਲੀ ਕਹਿ ਲਓ ਜੀ, ਉਹਦੇ 'ਚੋਂ ਮੈਨੂੰ ਸਪੀਕਰ ਸਾਹਿਬ ਨੇ ਜਾਂ ਉਹਦੀ ਸਮਝ ਲਓ ਵੀ ਬਹੁ ਗਿਣਤੀ ਨੇ ਮੈਨੂੰ ਕਿਹਾ ਸੀਗਾ ਵੀ ਭਾਈ ਤੂੰ ਅਸੈਂਬਲੀ 'ਚ ਆਉਣਾ ਨਹੀਂ ਜੀ। ਆਪਾਂ ਮੰਨਿਆ ਸਿਰ ਮੱਥੇ, ਕਿਉਂਕਿ ਜਾਬਤਾ ਮੰਨਣਾ ਜ਼ਰੂਰੀ ਹੈ ਜੀ, ਅੰਦੋਲਨ ਦੀ ਲੀਡਰਸ਼ਿਪ ਦੀ ਇਕਜੁੱਟਤਾ ਦੀ ਖਾਤਰ। ਜੀ, ਅਸੀਂ ਅੰਦੋਲਨ ਮੰਨ ਕੇ ਉਹ ਕੀਤਾ। ਅੱਜ ਉਹ ਕਹਿੰਦੇ ਵੀ ਜੀ ਓਕੇ ਹੈ, ਜੀ, ਤੁਹਾਨੂੰ ਕਲੀਅਰ ਚਿੱਟ ਦੇਤੀ, ਤੁਸੀਂ ਸਟੇਜ 'ਤੇ ਵੀ ਬੋਲੋ, ਅਸੈਂਬਲੀ 'ਚ ਵੀ ਆਓ। ਕੱਲ੍ਹ ਵੀ ਮੈਂ ਮੀਟਿੰਗ 'ਚ ਗਿਆ, ਅੱਜ ਵੀ ਜਾਊਂਗਾ ਇਹ। ਜੀ, ਜੀ, ਜੀ। ਸੋ ਇਸ ਕਰਕੇ ਹੁਣ ਅਸੀਂ ਕਰ ਰਹੇ ਹਾਂ। ਪਹਿਲਾਂ ਵੀ ਮੈਂ ਤਾਂ ਉਸ ਦਿਨ ਤੋਂ ਜਿੱਦਾਂ ਠੀਕ ਆ ਅਸੈਂਬਲੀ ਇੱਥੇ ਨਹੀਂ ਆਇਆ ਸਟੇਜ ਤੇ, ਪਰ ਮੈਂ ਜਨਤਾ ਦੇ ਰੂਬਰੂ ਹੁੰਦਾ ਰਿਹਾ। ਤੁਹਾਡੇ ਮਾਧਿਅਮ ਰਾਹੀਂ ਹੋ ਜਾਣਾ, ਹੋਰ ਚੈਨਲ ਦੇ ਮਾਧਿਅਮ ਰਾਹੀਂ ਜਨਤਾ ਦੇ ਮਾਧਿਅਮ ਰੂਬਰੂ ਮੈਂ ਹੁੰਦਾ ਰਿਹਾ। ਜਨਤਾ ਦੇ ਜੋ ਵੀ ਮੈਂ ਬੋਲਦਾ ਰਿਹਾ, ਉਹਨਾਂ ਤੇ ਉਹਨਾਂ ਦੇ ਕਮੈਂਟ ਆਉਂਦੇ ਰਹੇ ਆ। ਉਹਨਾਂ ਦੇ ਸਾਰੀਆਂ, ਮੈਂ ਟੁੱਟਿਆ ਨਹੀਂ ਕਹਿਣ ਦਾ ਭਾਵ, ਮੋਰਚੇ ਨਾਲ ਨਹੀਂ ਟੁੱਟਿਆ, ਲੋਕਾਂ ਨਾਲ ਨਹੀਂ ਟੁੱਟਿਆ, ਸਟੇਜ ਨੂੰ ਜ਼ਰੂਰ ਟੁੱਟਿਆ ਰਿਹਾ ਮੈਂ। ਕੈਪਟਨ ਸਾਹਿਬ ਦਾ ਬਿਆਨ ਆਉਂਦਾ ਜੀ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ 2 ਸਾਲਾਂ ਵਾਸਤੇ ਕਾਨੂੰਨਾਂ ਤੇ ਰੋਕ ਜਿਹੜੀ ਸਰਕਾਰ ਨੇ ਕਿਹਾ ਹੈ ਉਹਨੂੰ ਮੰਨ ਲੈਣਾ ਚਾਹੀਦਾ, ਕਿੱਦਾਂ ਦੇਖ ਰਹੇ ਹੋ? ਬਿਲਕੁਲ ਜੀ, ਉਹਨਾਂ ਨੇ ਜਿਹੜਾ ਸਾਨੂੰ ਮਸ਼ਵਰਾ ਭੇਜਿਆ ਨਾ, ਅਸੀਂ ਤਾਂ ਸਮਝਦੇ ਹਾਂ ਵੀ ਕਿਸਾਨਾਂ ਦੇ ਇਹ ਜ਼ਖਮਾਂ ਤੇ ਲੂਣ ਭੁੱਕਿਆ। ਕਿਉਂਕਿ ਲੂਣ ਤਾਂ ਭੁੱਕਿਆ, ਸਾਨੂੰ ਗੁੱਸਾ ਤਾਂ ਆਇਆ ਵੀ ਇਹੀ ਕੈਪਟਨ ਕਹਿੰਦਾ ਸੀਗਾ ਵੀ ਇਹ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਾਰੰਟ ਹੈ ਤੇ ਮੈਂ ਮੌਤ ਦੇ ਵਾਰੰਟਾਂ ਨੂੰ ਖਤਮ ਕਰਾਉਣ ਦੀ ਖਾਤਰ ਲੜੂੰਗਾ ਭਾਵੇਂ ਮੇਰੀ ਸਰਕਾਰ ਚਲੀ ਜਾਵੇ। ਇਹੋ ਜਿਹੇ ਦਮਗਜੇ ਮਾਰੇ ਸੀਗੇ, ਪਰ ਹੁਣ ਉਹ ਕਹਿੰਦਾ ਵੀ ਮੌਤ ਦੇ ਵਾਰੰਟਾਂ ਨੂੰ ਖਤਮ ਤਾਂ ਨਾ ਕਰਾਓ, 2 ਸਾਲ ਦੇ ਪਿੱਛੇ ਪਵਾ ਲਓ। ਇਸ ਕਰਕੇ ਸਮਝਦੇ ਹਾਂ ਵੀ ਸਾਡੇ ਤਾਂ ਜ਼ਖਮਾਂ ਤੇ ਲੂਣ ਭੁੱਕਿਆ, ਆਪਦੇ ਵਾਅਦਿਆਂ ਤੋਂ ਭੱਜਿਆ। ਪਹਿਲਾਂ ਕਰਜ਼ਾ ਮਾਫੀ ਵਾਲੇ ਵਾਅਦੇ ਤੋਂ ਵੀ ਭੱਜਿਆ, ਹੁਣ ਕਾਨੂੰਨ ਰੱਦ ਕਰਾਉਣ ਵਾਲੇ ਵਾਅਦੇ ਤੋਂ ਵੀ ਭੱਜਿਆ। ਇਹਦਾ ਅਖਲਾਕੀ ਹੱਕ ਹੀ ਨਹੀਂ ਬਣਦਾ ਇਹੋ ਜਿਹੇ ਬਿਆਨ ਦੇਣ ਦਾ। ਕੋਈ ਨਹੀਂ, ਜੇ ਉਹ ਇਹੋ ਜਿਹੇ ਬਿਆਨ ਦਿੰਦਾ ਗੈਰ ਅਖਲਾਕੀ ਲੂਣ ਭੁੱਕਣ ਵਾਲੇ ਜ਼ਖਮਾਂ ਤੇ, ਕੋਈ ਨਹੀਂ, ਉਹਦੇ ਨਾਲ ਵੀ ਹਿਸਾਬ ਕਰ ਲਾਂਗੇ। ਹੁਣ ਮੋਦੀ ਨਾਲ ਕਰ ਲਈਏ, ਉਸ ਤੋਂ ਬਾਅਦ ਉਹਦੇ ਨਾਲ ਕਰ ਲਾਂਗੇ। ਤੇ ਜਿਹੜਾ ਜੰਤਰ ਮੰਤਰ ਤੇ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੀ, ਜਿਹੜੇ ਕਾਂਗਰਸ ਦੇ ਐਮਪੀਆਂ ਨੇ, ਬਿੱਟੂ ਵਰਗਿਆਂ ਨੇ ਦਿੱਤੇ ਆ, ਉਹ ਅਸੀਂ ਸਮਝਦੇ ਹਾਂ ਵੀ ਸਾਰੀ ਦੁਨੀਆ ਹੁਣ ਤਾਂ ਸਮਝਦੀ ਆ ਵੀ ਕੋਈ ਉਹਦਾ ਅਸਰ ਨਹੀਂ ਸਰਕਾਰ ਤੇ, ਕੋਈ ਉਹਦਾ ਕਿਸੇ ਪੱਖੋਂ ਵੀ ਅਸਰ ਪੈ ਰਿਹਾ ਹੋਵੇ। ਚੱਲ ਅੰਦੋਲਨ ਹੈ ਸਾਡਾ, ਇਹਦੇ ਨਾਲ ਪ੍ਰਾਪੇਗੰਡਾ ਵੀ ਹੋ ਰਿਹਾ, ਦੁਨੀਆ ਦੇ ਸਾਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਗੱਲ ਜਾ ਰਹੀ ਹੈ। ਉਹ ਜਿਹੜੇ ਹੁਣ 4 ਬੰਦੇ ਉੱਥੇ ਬੈਠੇ ਆ, ਉਹਦਾ ਕੋਈ ਨਾ, ਹੁਣ ਤੁਸੀਂ ਵੀ ਨਹੀਂ ਜਾਂਦੇ ਹੋਵੋਗੇ ਉੱਥੇ। ਅਗਲਾ ਕਹਿੰਦਾ ਜਦੋਂ ਕੋਈ ਖਬਰ ਤਾਂ ਬਣੇ, ਕੋਈ ਐਕਸ਼ਨ ਤਾਂ ਹੋਵੇ। ਮੀਡੀਆ ਦੀ ਖਬਰ ਵੀ ਫੇਰ ਹੀ ਬਣਦੀ ਹੈ, ਤੇ ਨਹੀਂ ਤਾਂ ਜੇ ਤੁਸੀਂ ਭੁੱਖ ਹੜਤਾਲ ਤੇ ਬੈਠੇ, ਇੱਕ ਦਿਨ ਤਾਂ ਅਗਲਾ ਖਬਰ ਲਾ ਦੂਗਾ ਵੀ ਭਾਈ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ, ਅਗਲੇ ਦਿਨ ਕੀ ਕੀਤਾ? ਅਗਲੇ ਦਿਨ ਕੁਛ ਨਹੀਂ ਕੀਤਾ, ਬੰਦ ਹੈ ਬਸ। ਇਸ ਕਰਕੇ ਐਵੇਂ ਉਹ ਲੋਕਾਂ ਦੇ ਅੱਖਾਂ ਮਗਰਮੱਛ ਵਾਲੇ ਹੰਝੂ ਹੈ, ਫੋਕਾ ਹੇਜ ਦਿਖਾਉਣ ਦੀ ਖਾਤਰ ਹੈ, ਉਹਦਾ ਕੁਛ ਵੀ ਅਸਰ ਨਹੀਂ ਹੋ ਰਿਹਾ। ਸਾਨੂੰ ਕਹਿਣਾ ਵੀ ਇਹ ਜਿਹੇ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ, ਅਸੀਂ ਤਾਂ ਹੀ ਕਹਿੰਦੇ ਹਾਂ। ਲੱਗ ਰਿਹਾ ਹੈ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਸਰਕਾਰ ਦੀਆਂ, ਉਹ ਜ਼ਾਹਰ ਹੋ ਰਹੀਆਂ ਨੇ, ਚਾਹੇ ਕੈਪਟਨ ਸਰਕਾਰ ਆ ਜਾਂ ਸੈਂਟਰ ਦੀ ਸਰਕਾਰ ਆ। ਕੈਪਟਨ ਦੀ ਖਾਕੀ ਵੱਲੋਂ ਪਿੱਛੇ ਇੱਕ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਗਏ 307 ਦੇ, ਜਿੱਦਾਂ ਗੋਹੇ ਦੀ ਟਰਾਲੀ ਲਾਹੀ ਗਈ। ਇਸ ਤੋਂ ਲੱਗ ਰਿਹਾ ਵੀ ਇਹਨਾਂ ਦਾ ਜਿਹੜੀ ਨੀਤੀਆਂ ਨੇ ਉਹ ਸੈਂਟਰ ਸਰਕਾਰ ਨਾਲ ਮਿਲਦੀਆਂ ਹੀ ਨੇ। ਬਿਲਕੁਲ ਜੀ, ਇਹਦਾ ਕਾਰਨ ਇਹ ਹੈਗਾ ਵੀ ਜਿਹੜੀਆਂ ਇਹ ਕਾਨੂੰਨ ਬਣੇ ਆ ਨਾ, ਇਹ ਜਿਹੜੇ 1991 ਤੋਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਆਈਆਂ ਨੇ, WTO ਦੇ ਹੋਂਦ 'ਚ ਆਉਣ ਤੋਂ ਬਾਅਦ
ਜਿਹੜੇ ਇਹਨਾਂ ਨੇ ਸੰਧੀਆਂ ਸਮਝੌਤੇ ਕੀਤੇ ਉਹ ਕਾਂਗਰਸ ਨੇ ਵੀ ਕੀਤੇ ਆ ਜੀ। ਮੋਦੀ ਗਲਤ ਨਹੀਂ ਕਹਿੰਦਾ ਵੀ ਜੋ ਕਾਂਗਰਸ ਨੇ ਸਮਝੌਤੇ ਸੰਧੀਆਂ ਕੀਤੀਆਂ ਨੇ ਵਿਦੇਸ਼ਾਂ ਨਾਲ, ਸਾਮਰਾਜੀ ਕੰਪਨੀਆਂ ਨਾਲ, ਵਿਦੇਸ਼ੀ ਤਾਕਤਾਂ ਨਾਲ, ਉਹਨਾਂ ਨੂੰ ਹੀ ਅਸੀਂ ਲਾਗੂ ਕਰਨ ਦੀ ਖਾਤਰ ਕਾਨੂੰਨ ਬਣਾਏ ਆ। ਇਹਨਾਂ ਨੇ ਸਾਈਨ ਤਾਂ ਇਹਨੇ ਕੀਤਾ, ਗੱਲ ਠੀਕ ਹੈ। ਇਹ ਜਿਹੜਾ ਮਨਮੋਹਨ ਸਿੰਘ ਸੀਗਾ ਪ੍ਰਧਾਨ ਮੰਤਰੀ, ਉਦੋਂ ਖਜ਼ਾਨਾ ਮੰਤਰੀ ਹੁੰਦਾ ਸੀਗਾ, ਜਦੋਂ ਇਹ WTO ਵਾਲਾ ਆਪਾਂ ਸਾਈਨ ਕੀਤੇ ਆ, ਉਹ ਸਾਈਨ ਕਰਕੇ ਆਇਆ। ਉਹਨਾਂ ਨੂੰ ਉਹ ਸਾਈਨ ਸਮਝੌਤੇ ਕੀਤੇ ਆ ਜਿਹੜੇ ਉਹਨਾਂ ਨੂੰ, ਜਿਵੇਂ ਉਹਦੇ 'ਚ ਸਮਝੌਤੇ 'ਚ ਹੈਗਾ WTO ਵਾਲੇ 'ਚ ਵੀ 10% ਹਰੇਕ ਮੁਲਕ ਨੂੰ ਅਨਾਜ ਜਿੰਨੀ ਉਹਦੀ ਖਪਤ ਹੈ ਉਹਦਾ 10% ਅਨਾਜ ਖਰੀਦਣੇ ਪਊ, ਭਾਵੇਂ ਸਾਡਾ ਇੱਥੇ ਵਾਧੂ ਸੜੀ ਜਾਵੇ। ਉਹ ਹੁਣ ਉਹ ਖਰੀਦਣ ਦੀ ਖਾਤਰ ਇਹੋ ਜਿਹੇ ਕਾਨੂੰਨ ਬਣਾ ਲਿਆ ਰਹੇ ਨੇ। ਇਸ ਕਰਕੇ ਅਸੀਂ ਤਾਂ ਸਮਝਦੇ ਵੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀਆਂ ਨੀਤੀਆਂ ਦਾ ਕੋਈ ਫਰਕ ਨਹੀਂ, ਤੇ ਉਹ ਉਹਨਾਂ ਨੇ ਦਿਖਾ ਵੀ ਦਿੱਤਾ। ਉਹਨਾਂ ਨੇ ਆ ਹੋਣ ਵਾਲੀਆਂ 'ਚ ਜਿਹੜੇ ਕਹਿਣ ਲੱਗ ਗਏ ਵੀ ਹਾਂ ਭਾਈ ਮੋਦੀ ਦੀ ਗੱਲ ਮੰਨ ਲਓ, ਹੁਣ ਤੈਨੂੰ ਮੋਦੀ ਨੇੜੇ ਹੋ ਗਿਆ, ਉਹਨੂੰ ਕਿਸਾਨ ਉਹਨੂੰ ਦੂਰ ਹੋ ਗਏ ਉਹਨੂੰ। ਉਹ ਅਸਲ ਵਿੱਚ ਪਹਿਲਾਂ ਵੀ ਮੋਦੀ ਨੇੜੇ ਸੀਗੇ, ਕਾਰਪੋਰੇਟ ਘਰਾਣੇ ਨੇੜੇ ਸੀ, ਐਵੇਂ ਡਰਾਮੇਬਾਜ਼ੀ ਕਰਦਾ ਸੀਗਾ, ਮਖੌਟਾ ਪਾਇਆ ਸੀਗਾ, ਉਹ ਮਖੌਟਾ ਉਹਦਾ ਲੈ ਗਿਆ। ਹੁਣ ਅਸਲੀ ਚਿਹਰਾ ਜਿਹੜਾ ਉਹਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ। ਤੇ ਕੋਈ ਨਹੀਂ, ਉਹ ਤਾਂ ਵਧੀਆ ਹੋ ਗਿਆ, ਇਸ ਤੇ ਕਹਿੰਦੇ ਚੰਗਾ ਹੋ ਗਿਆ ਜੇ ਬਿਆਨ ਦੇਤਾ ਉਹਨੇ, ਉਹਦਾ ਜਿਹੜਾ ਮਖੌਟਾ ਲੈ ਗਿਆ ਉਹਦਾ। ਕਿਸ ਤਰ੍ਹਾਂ ਦੇਖ ਰਹੇ ਹੋ ਜਦੋਂ ਅੰਦੋਲਨ ਸਟਾਰਟ ਹੋਇਆ 26 ਤੋਂ ਇੱਥੇ ਪਹੁੰਚਿਆ ਦਿੱਲੀ, ਨੌਜਵਾਨਾਂ ਦਾ ਵੱਡਾ ਸਾਥ ਰਿਹਾ ਹੈ, ਪਰ ਹੁਣ ਨੌਜਵਾਨ ਨੇ ਕੋਈ ਨਾਰਾਜ਼ ਚੱਲ ਰਹੇ ਨੇ, ਨੌਜਵਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ, ਕੁਝ ਨਾ ਕੁਝ ਗੱਲਾਂ ਕਰਦਿਆਂ ਵਿਚਰਦਿਆਂ ਵਿੱਚ ਲੱਗ ਰਿਹਾ ਹੈ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਤੋਂ ਨਿਰਾਸ਼ ਨੇ ਨੌਜਵਾਨ। ਕੁਝ ਜੋ ਅਗਲੇ ਪ੍ਰੋਗਰਾਮ ਨੇ ਉਹ ਨਹੀਂ ਸਹੀ ਤਰੀਕੇ ਨਾਲ ਦਿੱਤੇ ਜਾ ਰਹੇ, ਜਾਂ ਕੋਈ ਹੋਰ ਗੱਲਾਂ ਨੇ, ਕੀ ਲੱਗ ਰਿਹਾ ਤੁਹਾਨੂੰ? ਬਿਲਕੁਲ ਜੀ, ਇਹ ਗੱਲ ਸਹੀ ਹੈ ਵੀ ਨੌਜਵਾਨਾਂ 'ਚ ਜਿਹੜਾ ਅਸੀਂ ਸਮਝਦੇ ਹਾਂ ਵੀ ਸਾਡੇ ਅੰਦੋਲਨ ਦਾ ਹਿੱਸਾ 50% ਤੋਂ ਵੱਧ ਨੌਜਵਾਨ ਹੈ ਇਹਦੇ ਵਿੱਚ ਅੰਦੋਲਨ 'ਚ। ਊਰਜਾ ਵਾਲੇ ਉਹ ਸਾਡੇ ਮੋਰਚੇ ਦੀ ਊਰਜਾ ਉਹ ਹੈ। ਹਾਂ, ਊਰਜਾ ਤੋਂ ਬਿਨਾਂ ਕੋਈ ਵੀ ਕਰੰਟ ਜਾਂ ਊਰਜਾ ਤੋਂ ਬਿਨਾਂ ਕੋਈ ਇੰਜਣ ਨਹੀਂ ਚੱਲਦਾ, ਕੋਈ ਮੋਟਰ ਨਹੀਂ ਚੱਲਦੀ, ਕਾਰਖਾਨਾ ਨਹੀਂ ਚੱਲਦਾ। ਇਸ ਕਰਕੇ ਸਾਡੇ ਮੋਰਚੇ ਦੇ ਇੰਜਣ ਨੂੰ ਚਲਾਉਣ ਦੀ ਖਾਤਰ ਉਹ ਊਰਜਾ ਹੈਗੀ ਆ ਸਾਡੀ। ਉਹਨੂੰ ਅਸੀਂ ਜੇ ਉਹ ਨਾਰਾਜ਼ਗੀ ਬਿਲਕੁਲ ਸਪਸ਼ਟ ਹੈ ਵੀ ਉਹਨਾਂ 'ਚ ਨਾਰਾਜ਼ਗੀ ਹੈਗੀ ਹੈ, ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਸੁਣੀ ਨਹੀਂ ਜਾ ਰਹੀ, ਸਾਨੂੰ ਕੋਈ ਮਤਲਬ ਵੀ ਪਾਸੇ ਕਰਕੇ ਰੱਖਿਆ ਹੋਇਆ, ਸਾਡੀ ਕੋਈ ਅਸੀਂ ਕਿਸੇ 13 'ਚ ਗਿਣਤੀ 'ਚ ਹੈ ਹੀ ਨਹੀਂ। ਅਸੀਂ ਉਹੀ ਤਾਂ ਕਾਰਨ ਹੈ ਕੱਲ੍ਹ ਇੱਥੇ ਜਿਹੜਾ ਸਟੇਜ ਤੇ ਹੋਇਆ, ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ, ਇਕੱਠੇ ਹੋ ਕੇ ਆਏ ਹੈ। ਉਹਦਾ ਜਿਹੜਾ ਨਵਰੀਤ ਸ਼ਹੀਦ ਹੋਇਆ 26 ਜਨਵਰੀ ਨੂੰ, ਉਹਦੀਆਂ ਫੋਟੋਆਂ ਲਾ ਕੇ ਉਹਨਾਂ ਨੇ ਰੋਸ ਮਾਰਚ ਕੀਤਾ, ਇੱਥੋਂ ਸਟੇਜ ਤੋਂ ਬੋਲੇ ਵੀ ਹੈ ਵੀ ਜਥੇਬੰਦੀਆਂ ਨੂੰ ਉਹਦੀ ਇੱਥੇ ਫੋਟੋ ਲਾਉਣੀ ਚਾਹੀਦੀ ਹੈ ਸ਼ਹੀਦ ਦੀ, ਤੇ ਉਹਦਾ ਕੋਈ ਜਿਹੜਾ ਹੈਗਾ ਉਹਨੂੰ ਸਤਿਕਾਰ ਦੇਣਾ ਚਾਹੀਦਾ। ਇਸ ਕਰਕੇ ਵੀ ਉਹ ਜਿਹੜਾ ਕੱਲ੍ਹ ਉਹ ਤੋਂ ਬਾਅਦ ਬੋਲੇ ਵੀ ਹੈ ਥੋੜ੍ਹੀ ਜਿਹੀ, ਭਾਵੇਂ ਉਹਨਾਂ ਨੇ ਕੋਈ ਕਹਿ ਸਕਦਾ ਵੀ ਵਾਇਓਲੇਸ਼ਨ ਵੀ ਕੀਤੀ ਆ ਉਹਨਾਂ ਨੇ, ਵੀ ਬਿਨਾਂ ਸਟੇਜ ਸੈਕਟਰੀ ਤੋਂ ਟਾਈਮ ਚਲਾਈ ਤੋਂ ਉਹਨਾਂ ਨੇ ਘੰਟਾ ਆਪ ਸਟੇਜ ਚਲਾਈ ਹੈ ਇੱਥੇ, ਤੇ ਆਪਦੇ ਬੁਲਾਰੇ ਬੁਲਾਏ ਨੇ ਉਹ। ਸੋ ਇਸ ਕਰਕੇ ਇਹ ਤਾਂ ਫਟਾਰਾ ਹੈ, ਇਹਨੂੰ ਅਸੀਂ ਐਂ ਨਾ ਸਮਝ ਲਈਏ ਵੀ ਕਿਸੇ ਨੇ ਚੱਕਤਾ ਉਹ। ਅਸੀਂ ਤਾਂ ਕਹਿੰਦੇ ਹਾਂ, ਸਾਡਾ ਤਾਂ ਮੇਰਾ ਜੇ ਕਹਿਣਾ ਹੋਵੇ ਤਾਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਤੋਂ ਬਾਹਰਲੀਆਂ ਤਾਕਤਾਂ ਨੇ, ਭਾਵੇਂ ਨੌਜਵਾਨ ਜਥੇਬੰਦੀ ਹੈ, ਕੋਈ ਵਿਦਿਆਰਥੀ ਜਥੇਬੰਦੀ ਹੈ, ਕੋਈ ਸਿੱਖ ਜਥੇਬੰਦੀ ਹੈ, ਸਾਰਿਆਂ ਦੀ ਇੱਕ ਸਹਿਯੋਗੀ ਸਾਂਝੀ ਕਮੇਟੀ ਬਣਾ ਕੇ ਉਹਦੀ ਹਰੇਕ ਮੀਟਿੰਗ ਵੇਲੇ ਉਹਦੀ ਰਾਏ ਲੈਣੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਐਂ ਲੱਗੇ ਵੀ ਜਿਹੜੀ ਆ ਸਾਡੀ ਰਾਏ ਅਨੁਸਾਰ ਪ੍ਰੋਗਰਾਮ ਪਾਸ ਹੋਇਆ, ਤੇ ਉਹਨੂੰ ਲੱਗੇ ਵੀ ਸਾਡਾ ਪ੍ਰੋਗਰਾਮ ਹੈ, ਉਹਨਾਂ ਨੂੰ ਐਂ ਨਾ ਲੱਗੇ ਵੀ ਸਾਡੀ ਇੱਥੇ ਕੋਈ ਆਵਾਜ਼ ਸੁਣੀ ਨਹੀਂ ਜਾਂਦੀ। ਇਹ ਅਸੀਂ ਯਤਨ ਕਰਾਂਗੇ ਵੀ ਉਹਨਾਂ ਸਾਰਿਆਂ ਦੀ ਕੋਈ ਸਹਿਯੋਗੀ ਬਾਹਰੀ ਸਹਿਯੋਗੀ ਕਮੇਟੀ ਬਣਾ ਕੇ ਸਾਰੀਆਂ ਧਿਰਾਂ ਦੀ, ਨੌਜਵਾਨਾਂ ਦੀ, ਵਿਦਿਆਰਥੀਆਂ ਦੀ, ਸਿੱਖ ਜਥੇਬੰਦੀਆਂ, ਕੋਈ ਦਲਿਤ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਾਰਿਆਂ ਦੀ ਇੱਕ ਸਾਂਝੀ ਬਣਾ ਕੇ ਅਸੀਂ ਉਹਦੇ ਨਾਲ ਅਸੀਂ ਲਗਾਤਾਰ ਲਿੰਕ 'ਚ ਰੱਗੇ ਜਿਹੜਾ ਸੰਯੁਕਤ ਕਿਸਾਨ ਮੋਰਚਾ, ਇਹ ਵਧੀਆ ਹੋਊਗਾ। ਯਤਨ ਕਰਾਂਗੇ ਇਸ ਦਿਸ਼ਾ 'ਚ ਅਸੀਂ। ਅੱਜ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ, ਕੀ ਲੱਗ ਰਿਹਾ ਅੱਗੇ ਪ੍ਰੋਗਰਾਮ ਕਿੱਦਾਂ ਦੇ ਹੋਣਗੇ? ਕਿਉਂਕਿ 26 ਤੋਂ ਬਾਅਦ ਜਿਹੜੇ 2 ਪ੍ਰੋਗਰਾਮ ਹੋਏ ਨੇ, ਕੋਈ ਗਰਮ ਪ੍ਰੋਗਰਾਮ ਆ ਨਹੀਂ ਰਿਹਾ ਸਰਕਾਰ ਦੀ ਚੂੜੀ ਟਾਈਟ ਕਰਨ ਲਈ, ਕੀ ਲੱਗ ਰਿਹਾ ਤੁਹਾਨੂੰ? ਬਿਲਕੁਲ ਤੁਹਾਡੀ ਗੱਲ ਠੀਕ ਹੈ, 2 ਹੀ ਪ੍ਰੋਗਰਾਮ ਹੈ ਜਿਹੜਾ ਸਰਕਾਰ ਨੂੰ ਜਿਨ੍ਹਾਂ ਨੇ ਸਿਰਦਰਦੀ ਕੁਛ ਨਾ ਕੁਛ ਸਿਰਦਰਦੀ ਖੜੀ ਕੀਤੀ ਹੈ। ਰੇਲਵੇ ਵਾਲਾ ਪ੍ਰੋਗਰਾਮ, ਰੇਲ ਜਾਮ ਵਾਲਾ ਜੀ, ਤੇ ਦੂਜਾ ਜਿਹੜਾ ਹੈਗਾ ਅਸੀਂ ਸੜਕ ਜਾਮ ਕਰਨ ਵਾਲਾ। ਤੇ ਇਸ ਕਰਕੇ ਉਹ ਤਾਂ ਹੈਗੀ ਆ ਵੀ ਜੇ ਤੁਸੀਂ ਸਰਕਾਰ ਹੁਣ ਬੈਠਿਆਂ ਨੂੰ ਤਾਂ ਕੁਝ ਨਹੀਂ ਦਿੰਦੀ, ਜੇ ਮੰਗਤਾ ਨਾ ਭਿਖਾਰੀ ਆ ਬਾਰ ਕੇ ਕਿਸੇ ਦੇ ਮਾਲਕ ਦੇ ਬੈਠਾ ਰਹੇ, ਐਂ ਕਰੀ ਜਾਵੇ ਤੇਰੇ ਬੱਚੇ ਜਿਉਣ, ਤੇਰੇ ਆਹ ਜਿਉਣ, ਤੂੰ ਸਾਨੂੰ ਖੈਰ ਪਾ ਦੇ, ਤਾਂ ਉਹਦਾ ਮਾਲਕ ਦੀ ਮਰਜ਼ੀ ਆ, ਚਿੱਤ ਕੀਤਾ ਪਾਵੇ, ਚਿੱਤ ਕੀਤਾ ਨਾ ਪਾਵੇ। ਪਰ ਅਸੀਂ ਤਾਂ ਭਿਖਾਰੀ ਬਣ ਕੇ ਤਾਂ ਬੈਠੇ ਨਹੀਂ ਇੱਥੇ, ਅਸੀਂ ਅੰਨਦਾਤਾ ਹੈਗਾ, ਅਸੀਂ ਤਾਂ ਕਹਿੰਦੇ ਵੀ ਸਾਡਾ ਹੱਕ ਹੈ, ਤੂੰ ਸਾਡਾ ਖੋਹ ਕੇ ਲੈ ਗਿਆ। ਉਹ ਤੋਂ ਜਿਵੇਂ ਕੋਈ ਡਾਕੂ ਖੋਹ ਕੇ ਲੈ ਜੇ ਕੋਈ ਸਮਾਨ, ਉਹਨਾਂ ਨੂੰ ਘੇਰਦੇ ਨਹੀਂ, ਘੇਰ ਕੇ ਉਹਦੀ ਹਿੱਕ ਤੇ ਬਹਿ ਕੇ ਉਹ ਤੋਂ ਸਮਾਨ ਖੋਹਣੇ ਹੈ। ਇਸ ਕਰਕੇ ਇਸ ਤਾਂ ਅਸੀਂ ਜੇ ਖੋਹਣਾ ਹੈਗਾ ਮੋਦੀ ਤੋਂ, ਫੇਰ ਹੱਥ ਤੇ ਹੱਥ ਧਰ ਕੇ ਨਹੀਂ ਖੋਇਆ ਜਾਣਾ। ਕੋਈ ਤਿੱਖਾ ਕੋਈ ਐਕਸ਼ਨ ਪ੍ਰੋਗਰਾਮ, ਕੋਈ KMP ਦੇ ਜਾਮ ਕਰਨ ਵਾਲਾ, ਕੋਈ ਭਾਰਤ ਬੰਦ ਕਰਨ ਵਾਲਾ, ਕੋਈ ਪਾਰਲੀਮੈਂਟ ਵੱਲ ਕੂਚ ਕਰਨ ਵਾਲਾ, ਜਾਂ ਕੋਈ ਜੇਲ੍ਹ ਭਰੋ ਵਾਲਾ, ਇਹੋ ਜਿਹਾ ਸਾਨੂੰ ਤਿੱਖਾ ਪ੍ਰੋਗਰਾਮ ਦੇਣਾ ਚਾਹੀਦਾ। ਫੇਰ ਹੀ ਉਹ ਜਿਹੜੀ ਉਹਨਾਂ 'ਚ
ਊਰਜਾ ਬਣੀ ਰਹੂਗੀ। ਨਹੀਂ ਤਾਂ ਜਿਵੇਂ ਬੈਟਰੀ ਜੇ ਉਹਨੂੰ ਨਾ ਚੱਲਦੀ ਰਹੇ ਨਾ, ਉਹ ਬੈਟਰੀ ਵੀ ਗੱਡੀ ਦੀ ਸੌਂ ਜਾਂਦੀ ਹੁੰਦੀ ਹੈ, ਫਿਰ ਬੈਟਰੀ ਖਤਮ ਹੋ ਜੂਗੀ, ਊਰਜਾ ਖਤਮ ਹੋ ਜੂਗੀ, ਮੋਰਚਾ ਆਪ ਦੀ ਮੌਤ ਆਪ ਹੀ ਮਰ ਜਾਊਗਾ। ਚਾਚਾ ਅਜੀਤ ਸਿੰਘ ਦਾ 23 ਤਰੀਕ ਦਾ ਜਨਮ ਦਿਨ ਆ ਰਿਹਾ, ਉਸ ਤੇ ਕਿੱਦਾਂ ਦੇਖ ਰਹੇ ਹੋ, ਕਿਸ ਤਰ੍ਹਾਂ ਮਨਾਇਆ ਜਾਊਗਾ, ਕੀ ਲੱਗ ਰਿਹਾ ਹੈ ਅੱਜ ਕੋਈ ਪ੍ਰੋਗਰਾਮ ਉਸ ਦੇ ਸੰਬੰਧ ਵਿੱਚ ਉਲੀਕਿਆ ਜਾਊਗਾ, ਕੀ ਲੱਗ ਰਿਹਾ ਤੁਹਾਨੂੰ? ਉਹਦਾ ਜੀ ਅਜੇ ਤੱਕ ਤਾਂ ਹੀ ਹੈਗਾ ਵੀ ਉੱਥੇ ਸਟੇਜ ਤੇ ਉਹਦਾ ਪ੍ਰੋਗਰਾਮ ਮਨਾਵਾਂਗੇ, ਉਹਦੀ ਯਾਦ 'ਚ ਕੋਈ ਨਾਟਕ ਕਰਾ ਦਿਆਂਗੇ, ਉਹਦੀ ਯਾਦ 'ਚ ਸਪੈਸ਼ਲ ਬੁਲਾਰਿਆਂ ਨੂੰ ਬੁਲਾ ਦਿਆਂਗੇ ਜਿਨ੍ਹਾਂ ਦੀ ਉਹਨਾਂ ਦੇ ਸਟੱਡੀ ਹੋਊਗੀ। ਉਹਦੀ ਯਾਦ ਨਹੀਂ, ਉਹਨਾਂ ਦੀ ਯਾਦ 'ਚ ਕੋਈ ਵੱਖਰਾ ਪ੍ਰੋਗਰਾਮ ਚਾਹੀਦਾ, ਕਿਉਂਕਿ ਉਹਨਾਂ ਨੇ ਇੱਕ ਅੰਦੋਲਨ ਲੜਿਆ, ਇੱਕ ਵੱਖਰੀ ਲਹਿਰ ਚਲਾਈ ਆ, ਪਗੜੀ ਸੰਭਾਲ ਜੱਟਾ ਲਹਿਰ ਚਲਾਈ ਉਹਨਾਂ ਨੇ। ਲੱਗਦਾ ਨਹੀਂ ਉਹਨਾਂ ਦੀ ਯਾਦ ਵਿੱਚ ਕੋਈ ਇਦਾਂ ਦੀ ਉਹ ਲਹਿਰ ਜਿਹੜੀ ਅੰਦੋਲਨ ਨੂੰ ਇੱਕ ਨਵੀਂ ਰੂਪ ਰੇਖਾ ਦੇਵੇ, ਇਦਾਂ ਦੀ ਤਿਆਰ ਕਰਨੀ ਚਾਹੀਦੀ ਆ। ਬਿਲਕੁਲ, ਜਿਹੜੀ ਤੁਸੀਂ ਕਹੀ ਆ ਨਾ, ਇਹੀ ਮੇਰੇ ਮਨ ਦੀ ਮੁਰਾਦ ਹੈ ਵੀ ਉਹਨੂੰ ਯਾਦ ਕੀਤਾ ਜਾਵੇ, ਯਾਦ ਕਿਸੇ ਐਕਸ਼ਨ ਪ੍ਰੋਗਰਾਮ ਦੇ ਰਾਹੀਂ ਯਾਦ ਕੀਤਾ ਜਾਵੇ। ਮੰਨ ਲਓ ਆਪਾਂ ਐਂ ਕਹਿ ਸਕਦੇ ਹਾਂ ਵੀ 23 ਤਰੀਕ ਨੂੰ ਅਸੀਂ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 7 ਘੰਟੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਬਾਹਰਲੀ KMP ਹੈ, ਬਾਹਰਲਾ ਐਕਸਪ੍ਰੈਸ ਵੇ ਹੈ, ਜਿਹੜੀ ਪੈਰੀਫੇਰੀ ਹੈ, ਵੀ ਅਸੀਂ 7 ਘੰਟੇ ਚਾਚਾ ਅਜੀਤ ਸਿੰਘ ਦੀ ਯਾਦ ਦੇ ਵਿੱਚ ਉਹ ਘੇਰਾਂਗੇ ਤੇ ਉੱਥੇ ਸਟੇਜ ਲਾਵਾਂਗੇ KMP ਦੇ ਉੱਤੇ, ਤੇ ਉੱਥੇ ਉਹਦੀ ਯਾਦ ਦੇ ਵਿੱਚ ਨਾਟਕ ਹੋਣਗੇ, ਉਹਦੀ ਯਾਦ ਦੇ ਵਿੱਚ ਭਾਸ਼ਣ ਹੋਣਗੇ। ਐਂ ਵੀ ਕੀਤਾ ਜਾ ਸਕਦਾ ਜੇ ਥੋੜਾ ਜਿਹਾ ਸਰਕਾਰ ਨੂੰ ਸੇਕ ਲਾਉਣਾ ਹੋਵੇ ਸਰ। ਜੇ ਐਂ ਹੈਗਾ ਵੀ ਸਰਕਾਰ ਦੇ ਤਾਂ ਚੁੰਡੀ ਨਹੀਂ ਵੱਢਣੀ, ਫਿਰ ਇੱਥੇ ਸਟੇਜ ਤੇ ਕਰ ਲਾਂਗੇ। ਕੀ ਲੱਗ ਰਿਹਾ ਹੈ ਸਰਕਾਰ ਵੀ ਬੈਠੀ ਹੈ, ਕਹਿ ਰਹੀ ਹੈ ਕਾਨੂੰਨਾਂ ਨਾਲ ਆਮਦਨ ਦੁੱਗਣੀ ਹੋਣੀ ਹੈ, ਕਿਸਾਨਾਂ ਨੂੰ ਇਹਦੀ ਸੋਧ ਨਹੀਂ ਹੈਗੀ। ਕੱਲ ਵੀ ਮੋਦੀ ਸਾਹਿਬ ਦਾ ਬਿਆਨ ਆਇਆ ਇਦਾਂ ਦਾ। ਕੀ ਲੱਗ ਰਿਹਾ ਹੈ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਕੀ ਕਰਨਾ ਚਾਹੀਦਾ, ਹੁਣ ਅੱਗੇ ਦੇ ਪ੍ਰੋਗਰਾਮ ਕਿੱਦਾਂ ਦੇ ਹੋਣੇ ਚਾਹੀਦੇ ਨੇ? ਸਾਡਾ ਤਾਂ ਹੈਗਾ ਜੀ ਲੜੀ ਪ੍ਰੋਗਰਾਮ ਹੋਣੇ ਚਾਹੀਦੇ, ਕੋਈ ਵਿੱਚ ਗੈਪ ਨਹੀਂ ਪੈਣਾ ਚਾਹੀਦਾ। 3 ਪ੍ਰੋਗਰਾਮ ਇਕੱਠੇ ਦਿੱਤੇ ਜਾ ਸਕਦੇ ਆ ਪੜਾਵਾਰ, ਵੀ 23 ਨੂੰ ਆਹ, 28 ਨੂੰ ਆਹ, 1 ਨੂੰ ਆਹ, 8 ਮਾਰਚ ਨੂੰ ਆਹ ਲੜੀਵਾਰ ਦਿੱਤੇ ਜਾ ਸਕਦੇ, ਤਾਂ ਕਿ ਉਹਦਾ ਜਿਹੜਾ ਮੋਸ਼ਨ ਆ ਉਹ ਬਣਿਆ ਰਹੇ। ਉਹਦਾ ਇੱਕ ਪ੍ਰੋਗਰਾਮ ਹੋਇਆ ਨਾਲ ਦੀ ਨਾਲ ਦੂਜੇ ਦੀ ਤਿਆਰੀ ਸ਼ੁਰੂ ਹੋ ਜੇ, ਦੂਜਾ ਹੋਇਆ ਤੀਜੇ ਦੀ ਤਿਆਰੀ ਸ਼ੁਰੂ। ਹੁਣ ਇੱਕ ਪ੍ਰੋਗਰਾਮ ਦੇਤਾ, ਉਸ ਤੋਂ ਬਾਅਦ ਹੁਣ ਜਨਤਾ ਬੈਠੀ ਹੈ, ਤੁਸੀਂ ਵੀ ਪੁੱਛੀ ਜਾਂਦੇ ਹੋ ਵੀ ਹੁਣ ਕੀ ਹੈ ਜੀ, ਹੁਣ ਤਾਂ ਕੁਛ ਨਹੀਂ। 19 ਨੂੰ ਵੀ ਕੁਛ ਨਹੀਂ, 20 ਨੂੰ ਵੀ ਕੁਛ ਨਹੀਂ, ਅੱਜ 21 ਹੋ ਗਈ। ਇਹਦਾ ਮਤਲਬ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਉਹਨੂੰ ਮੋਰਚੇ ਨੂੰ ਲਗਾਤਾਰ ਗਤੀ 'ਚ ਰੱਖਣਾ, ਉਹਦਾ ਮੋਸ਼ਨ ਬਣਾਈ ਰੱਖਣਾ, ਉਹਦਾ ਮੋਸ਼ਨ ਥੱਲੇ ਨਾ ਡਿੱਗੇ, ਉਹਦੀ ਗਤੀ ਉਹਦੀ, ਤਾਂ ਫਿਰ ਹੁੰਦਾ ਵੀ ਉਹ ਲੜੀਵਾਰ ਪ੍ਰੋਗਰਾਮ ਹੋਣੇ ਚਾਹੀਦੇ ਆ। ਬਹੁਤ ਹੈਗੇ ਪ੍ਰੋਗਰਾਮ, ਕੋਈ ਪੱਥੇ 'ਚੋਂ ਜੇ ਤੀਰ ਮੁੱਕੇ ਨਹੀਂ, ਬਹੁਤ ਤੀਰ ਹੈਗੇ ਨੇ, ਪਰ ਇਹ ਹੋਣਾ ਚਾਹੀਦਾ ਵੀ ਸਾਡਾ ਸਾਰਿਆਂ ਦੀ ਇੱਕ ਮੁੱਠਤਾ ਇਹਦੇ ਤੇ। ਹੁਣ ਮੈਂ ਇਕੱਲਾ ਤਾਂ ਕੋਈ ਪ੍ਰੋਗਰਾਮ ਦੇ ਨਹੀਂ ਸਕਦਾ, ਜ਼ੋਰ ਹੀ ਲਾ ਸਕਦੇ ਅੰਦਰ, ਸਾਰੀ ਮੋਰਚੇ ਦੀ ਇਹਦੇ ਤੇ ਲੜੀਵਾਰ ਪ੍ਰੋਗਰਾਮ ਦੀ ਸੋਚ ਹੋਣੀ ਚਾਹੀਦੀ ਆ। ਫਿਰ ਸਰਕਾਰ ਦੇ ਨਾਸੇ ਤੋਂ ਆ ਜਾਊਗਾ, ਪਹਿਲਾਂ ਵੀ ਆਇਆ, ਥੋੜਾ ਜਿਹਾ ਹੋਰ ਲਿਆਉਣ ਵਾਲਾ ਹੈਗਾ, ਤੇ ਸਰਕਾਰ ਮੰਨਣ ਲਈ ਲਾਜ਼ਮੀ, ਮੈਨੂੰ ਲਾਵਾ ਹੈਗਾ ਵੀ ਰੱਦ ਕਰ ਦੇਣਗੇ ਉਹ। ਕਿਉਂਕਿ ਰੱਦ ਕਿਉਂ ਕਰ ਦੇਣਗੇ? ਕਈ ਕਹਿੰਦੇ ਵੀ ਜੇ ਰੱਦ ਕਰਤੇ ਤਾਂ ਉਹ ਕਾਰਪੋਰੇਟ ਘਰਾਣੇ ਰੁੱਸ ਜਾਣਗੇ, ਕੰਪਨੀਆਂ ਜਿਹੜੀਆਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ ਉਹ ਰੁੱਸ ਜਾਣਗੀਆਂ। ਪਰ ਉਹਨਾਂ ਵਾਸਤੇ ਖੁਸ਼ ਕਰਨ ਵਾਸਤੇ ਹੈਗਾ ਵੀ ਜੀ ਕੋਈ ਨਹੀਂ, ਅਸੀਂ ਇੱਕ ਵਾਰੀ ਸੈਂਟਰ ਵੱਲੋਂ ਰੱਦ ਕਰਤਾ। ਸੂਬਿਆਂ 'ਚ ਜਿੱਥੇ ਵੀ ਇਹਨਾਂ ਦੀਆਂ ਸਰਕਾਰਾਂ ਹੈਗੀਆਂ ਨੇ, ਸੂਬਿਆਂ ਨੂੰ ਵੀ ਅਧਿਕਾਰ ਹੈਗਾ ਇਹੀ ਕਾਨੂੰਨ ਬਣਾਉਣ ਦੇ, 3 ਕਾਨੂੰਨ ਬਣਾਉਣ ਦੇ ਸੂਬਿਆਂ ਨੂੰ ਅਧਿਕਾਰ ਹੈਗੇ ਆ। ਸੂਬਿਆਂ ਰਾਹੀਂ ਬਣਾ ਲੈਣ, ਜਿੱਥੇ ਕਮਜ਼ੋਰ ਨਾ ਲਹਿਰ ਹੋਊਗੀ ਉੱਥੇ ਬਣ ਜਾਣਗੇ, ਪੰਜਾਬ ਹਰਿਆਣੇ ਵਰਗੇ 'ਚ ਨਾ ਬਣਨਗੇ। ਉਹ ਇੱਕ ਵਾਰੀ ਇਹ ਰੱਦ ਕਰਾ ਕੇ ਅੰਦੋਲਨ ਤੋਂ ਖੜਾ ਤਾਂ ਛਡਾ ਸਕਦੇ ਆ। ਇਹ ਹੈਗਾ ਸਕੋਪ ਇਹਦਾ, ਜੇ ਥੋੜਾ ਜਿਹਾ ਅਸੀਂ ਪ੍ਰੈਸ਼ਰ ਵਧਾ ਦਈਏ ਉਹ ਕਰ ਸਕਦੇ ਆ ਵੀ ਸੈਂਟਰ ਰੱਦ ਕਰਦੇ, ਸੂਬਿਆਂ ਨੂੰ ਕਹਦੇ ਵੀ ਤੁਸੀਂ ਬਣਾ ਲਓ ਇਹ। ਕੇਜਰੀਵਾਲ ਵੱਲੋਂ ਕੱਲ ਕਿਹਾ ਗਿਆ ਕਿ ਮੈਂ ਇੱਕ ਕਿਸਾਨਾਂ ਨਾਲ ਮੀਟਿੰਗ ਸੱਦ ਰਿਹਾ, ਮੀਟਿੰਗ ਬੁਲਾਉਣੀ ਚਾਹੁੰਦਾ ਕਿਸਾਨ ਜਥੇਬੰਦੀਆਂ ਨਾਲ। ਕੋਈ ਇਦਾਂ ਦਾ ਸੱਦਾ ਆਇਆ ਤੁਹਾਡੀ ਨੌਲੇਜ 'ਚ ਹੈਗੀ ਹੈ ਕੋਈ ਗੱਲ? ਦੇਖੋ ਜੀ, ਉਹਨਾਂ ਦੀ ਪ੍ਰਪੋਜ਼ਲ ਆਈ ਆ ਇਹ ਜਿਹੜਾ ਵੀ ਅਸੀਂ ਸੈਸ਼ਨ ਸੱਦ ਰਹੇ ਹਾਂ ਅਸੈਂਬਲੀ ਦਾ, ਉਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਦਿੱਤਾ ਸੱਦਾ ਪੱਤਰ, ਪਰ ਇਹਦੇ ਤੇ ਹਜੇ ਕੋਈ ਫੈਸਲਾ ਕੋਈ ਨਹੀਂ। ਪ੍ਰਪੋਜ਼ਲ ਤੇ ਉਹ ਮੀਟਿੰਗ ਹੈਗੀ ਆ, ਹੋ ਸਕਦਾ ਅੱਜ ਵਾਲੀ ਮੀਟਿੰਗ ਦੇ ਵਿੱਚ ਇਹਦੇ ਤੇ ਕੋਈ ਵਿਚਾਰ ਹੋ ਕੇ ਫੈਸਲਾ ਹੋ ਜੇ। ਕੋਈ ਅਜੇ ਤੱਕ ਕੋਈ ਫੈਸਲਾ ਨਹੀਂ। ਜੀ ਧੰਨਵਾਦ। ਹਾਂਜੀ, ਇਹ ਸਨ ਸੁਰਜੀਤ ਸਿੰਘ ਫੂਲ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰਾਏ ਬਗੈਰ ਇੱਥੋਂ ਨਹੀਂ ਜਾਵਾਂਗੇ, ਤੇ ਅੱਗੇ ਜਿਹੜੇ ਪ੍ਰੋਗਰਾਮ ਨੇ ਉਹ ਅੱਜ ਜਿਹੜੀ ਮੀਟਿੰਗ ਹੋਣੀ ਆ ਉਸ 'ਚ ਲਿਖੇ ਜਾਣੇ ਨੇ, ਤੇ ਅੱਗੇ ਦੀਆਂ ਜਿਹੜੀਆਂ ਰਣਨੀਤੀਆਂ ਨੇ ਉਹ ਤਿਆਰ ਕੀਤੀਆਂ ਜਾਣੀਆਂ ਨੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ, ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਕੁੰਡਲੀ ਬਾਰਡਰ ਦਿੱਲੀ।